पंजाब च नित नवीं मुहिमां नित नवे संघर्ष पैदा हो रहे आ। अज तख्त श्री केसगढ़ साहब की धरती ते आनंदपुर साहब संगत इकट्ठी हुई सी। साडे गुरु साहब का निरादर करन दी जिहड़ी एक कोशिश हुई आ, उस कोशिश दे विरुद्ध एक रोस वजों संगत ने उत्थे इकट्ठ किया। उत्थे मैं एक गल कही जिहदी हुण बड़ी वड्डी ऐलानिया तौर ते प्रचारी जा रही आ भी दीप सिद्धू किसानी संघर्ष च जिहड़ियां जानां गईयां उन्हां नूं शहीद नहीं मनदा। ये गल सच्ची आ। देखो गल्लां नूं समझण दी कोशिश करिए। किसानी संघर्ष च असीं अज भी जुड़े आ। उस संघर्ष दे नाल साडी होंद जुड़ी आ, साडी होंद दी लड़ाई आ। जदों कौमां होंद दी लड़ाई लड़दियां होण उदों असीं आपदे फलसफे आपदे रहबरां दे दित्ते साडे गुरुआं दे दित्ते सिद्धांत उन्हां दे नाल तां समझौते नहीं करदे। असीं शहादत दे अर्थां नूं जिहड़ी उहदी पाकीज़गी आ, उहदी पवित्रता, सानूं इह पता शहीद कौन हुंदा। जदों असीं श्री गुरु अर्जन देव पातशाह नूं शहीदां दा दर्जा दित्ता जां शहीदां दा सरताज कहा उन्हां नूं, सो शहादत की परिभाषा तो श्री गुरु अर्जन देव पातशाह ने सानू समझाती। फिर 9वें पातशाह ने या साडे शहीद सिंघां ने सानू शहादत की परिभाषा समझाती। उहदी पाकीज़गी ते उहदी पवित्रता की है शहादत की, सानू पता भी सामने जंग आ, इहो जी जंग आ जिथे सिर देना पैना ते उत्थे परवाने की तरह जिवें किसी बलदी लाट च परवाना जाके अंदर आपदी जान दे दिंदा, उवें बलदी लाट च जगह आपदी जाके छाल मारनी आ ते उहनूं तां आपां शहादत दा दर्जा दिता जा सकदा। पर जिहड़े किसानी संघर्ष च जानां गवाईयां, जिहड़े अकाल चलाना कर गए साडे बंदे, या जिहड़े बंदियां ने आपदियां जानां दियां कुर्बानियां दित्तियां, ਇਹ ਗੱਲਾਂ ਨੂੰ ਅਸੀਂ ਸਮਝੀਏ। ਜੇ ਅਸੀਂ ਉਹਨਾਂ ਨੂੰ ਵੀ ਇਹੀ ਕਹਿ ਉਸ ਪਰਿਭਾਸ਼ਾ ਦੇ ਅਧੀਨ ਅਸੀਂ ਇਹ ਕਹਿਣ ਲੱਗ ਜਾਈਏ ਵੀ ਉਹ ਸਾਡੇ ਸ਼ਹੀਦ ਆ, ਇਹ ਤੁਹਾਡੇ ਕਿਸੇ ਅੰਦਰੋਂ ਜਜ਼ਬੇ 'ਚ ਤਾਂ ਗੱਲ ਕਹੀ ਜਾ ਸਕਦੀ ਆ। ਪਰ ਜੇ ਸ਼ਹਾਦਤ ਦੇ ਇੱਕ ਕਸੌਟੀ ਤੇ ਇਸ ਗੱਲ ਨੂੰ ਪਰਖੀਏ, ਉਹਦੇ ਸਿਧਾਂਤਾਂ ਤੇ ਪਰਖੀ, ਤਾਂ ਇਹ ਖਰੀ ਨਹੀਂ ਆ। ਕਿਉਂਕਿ ਫਿਰ ਇਸ ਤਰ੍ਹਾਂ ਤਾਂ ਸਾਡੇ ਗੁਰੂ ਪਾਤਸ਼ਾਹ 'ਚ ਜਾਂ ਕਰਤਾਰ ਸਿੰਘ ਸਰਾਭੇ 'ਚ ਜਾਂ ਭਗਤ ਸਿੰਘ, ਇਹਨਾਂ ਬੰਦਿਆਂ ਦਾ ਤੇ ਸਾਡਿਆਂ ਦਾ ਤਾਂ ਕੋਈ ਫਰਕ ਹੀ ਨਹੀਂ ਰਹਿ ਜਾਣਾ। ਸੋ ਗੱਲ ਇਹ ਆ, ਅਸੀਂ ਅੰਦਰੋਂ ਇੱਕ ਜਜ਼ਬੇ ਦੇ ਆਧਾਰ ਤੇ ਤਾਂ ਸਾਰੀਆਂ ਉਹ ਜਾਨਾਂ ਨਾਲ ਜਿਹੜੀਆਂ ਜਾਨਾਂ ਗਈਆਂ, ਜਿਹੜੇ ਕੁਰਬਾਨ ਕਰ ਗਏ ਆਪਦੇ ਆਪ ਨੂੰ ਕਿਸਾਨੀ ਸੰਘਰਸ਼ 'ਚ, ਜਾਂ ਉਹਨਾਂ ਦੇ ਪਰਿਵਾਰਾਂ ਨਾਲ ਜੁੜੇ ਹੋਏ ਆ। ਮੈਂ ਵੀ ਉਹਨਾਂ ਹੀ ਜੁੜਿਆ ਹੋਇਆ। ਪਰ ਅਸੀਂ ਸ਼ਹਾਦਤ ਦੀ ਇੱਕ ਜਿਹੜੀ ਪਰਿਭਾਸ਼ਾ ਉਹਨੂੰ ਡਾਇਲਿਊਟ ਨਾ ਕਰੀਏ। ਸ਼ਹਾਦਤ ਦੀ ਪਰਿਭਾਸ਼ਾ ਜਿਹੜੀ ਸਾਡੇ ਰਹਿਬਰਾਂ ਨੇ, ਸਾਡੇ ਗੁਰੂਆਂ ਨੇ ਇੱਕ ਉਹਦਾ ਮਿਆਰ ਸਾਡੇ ਲਈ ਮਿੱਥ ਕੇ, ਜਾਂ ਇਹ ਕਹਿ ਲਓ ਵੀ ਉਹ ਮਿੱਥ ਸਿਰਜੇ ਹੋਏ ਆ, ਸਾਜਿਆ ਹੋਇਆ, ਜੇ ਅਸੀਂ ਉਹਨੂੰ ਡਾਇਲਿਊਟ ਕਰਨ ਲੱਗ ਗਏ ਤਾਂ ਫਿਰ ਜਿਹੜੇ ਉਦੋਂ ਬਾਅਦ ਵੀ ਸਾਡੇ ਲਈ ਸ਼ਹੀਦ ਜਾਂ ਉਹ ਜਿਹੜੇ ਸਤਿਕਾਰਯੋਗ ਸ਼ਹਾਦਤ ਆਪਦਾ ਆਪਾ ਵਾਰ ਗਏ, ਆਪਦੇ ਪਰਿਵਾਰ ਵਾਰ ਗਏ, ਸਭ ਕੁਝ ਵਾਰ ਗਏ ਜਿਹੜੇ ਸਾਡੇ ਸਿੰਘ ਸ਼ਹੀਦ, ਫਿਰ ਉਹਨਾਂ ਦਾ ਦਰਜਾ ਸਾਡੇ ਲਈ ਕੀ ਰਹਿ ਜਾਊਗਾ? ਫਿਰ ਤਾਂ ਕੋਈ ਇਹ ਗੱਲ ਹੀ ਸਾਰੀ ਖਤਮ ਹੋ ਜੂ। ਜਿੱਥੋਂ ਅਸੀਂ ਸੇਧ ਲੈਣੀ ਆ ਸਾਡੇ ਇਤਿਹਾਸ 'ਚੋਂ, ਇਹ ਤਾਂ ਖੋਰਾ ਬੜਾ ਵੱਡਾ ਲੱਗ ਜੂਗਾ। ਸੋ ਗੱਲ ਇਹ ਕਿੱਥੇ ਅੱਜ ਹੋਈ ਸੀ, ਇਹ ਕਿਸੇ ਹੋਰ ਸੰਦਰਭ 'ਚ ਗੱਲ ਹੋਈ ਆ ਵੀ ਸ਼ਹਾਦਤ ਦੇ ਅਸਲ ਜਿਹੜੇ ਅਰਥ ਆ ਉਹਨਾਂ ਨੂੰ ਸਮਝ ਗਏ ਅਸੀਂ। ਇਹ ਬੰਦੇ ਸਾਡੇ ਆਪਦੀਆਂ ਜਾਨਾਂ ਕੁਰਬਾਨ ਕਰ ਗਏ। ਇਹ ਜਾਨਾਂ ਕੁਰਬਾਨ ਕਰ ਗਏ ਕਿਉਂਕਿ ਇਹਨਾਂ ਤੇ ਜਿਹੜਾ ਜ਼ੁਲਮ ਹੋਇਆ ਉਹ ਸਰਕਾਰਾਂ ਨੇ ਕੀਤਾ। ਉਹ ਹੁਣ ਦੀ ਇਸ ਮੌਜੂਦਾ ਬੀਜੇਪੀ ਸਰਕਾਰ ਨੇ ਉਹਨਾਂ ਦੇ ਜ਼ੁਲਮ ਦੇ ਕਰਕੇ ਇਹ ਜਾਨਾਂ ਕੁਰਬਾਨ ਕਰ ਗਏ। ਅਸੀਂ ਇਹਨਾਂ ਨੂੰ ਨਤਮਸਤਕ ਆ, ਇਹਨਾਂ ਦੇ ਲਈ ਵੀ ਸਾਡਾ ਸਿਰ ਝੁਕਦਾ ਜਿਹੜੇ ਆਪਦਾ ਆਪਾ ਵਾਰ ਗਏ। ਪਰ ਇਹਨਾਂ ਨੂੰ ਸ਼ਹੀਦੀ ਜਾਂ ਸ਼ਹਾਦਤ ਦੇ ਕਸੌਟੀ ਜਾਂ ਉਹਨਾਂ ਸਿਧਾਂਤਾਂ ਤੇ ਆਪਾਂ ਪਰਖੀਏ ਤਾਂ ਮੇਰੇ ਖਿਆਲ 'ਚ ਫਿਰ ਤਾਂ ਜਿਹੜੇ ਸਾਡੇ ਕਰਤਾਰ ਸਿੰਘ ਸਰਾਭੇ ਵਰਗੇ, ਭਗਤ ਸਿੰਘ ਵਰਗੇ, ਫਿਰ ਉਹਨਾਂ ਨੂੰ ਕਿੱਥੇ ਰੱਖਾਂਗੇ? ਕੋਈ ਤਾਂ ਯਾਰ ਫਰਕ ਰੱਖੀਏ ਆਪਾਂ ਇਹਨਾਂ ਗੱਲਾਂ 'ਚ। ਕੋਈ ਤਾਂ ਆਪਦੇ ਇਤਿਹਾਸ ਨੂੰ ਜਿਵੇਂ ਅਸੀਂ ਅੱਜ ਦੇਖਦੇ ਹਾਂ, ਉਹ ਇੱਕ ਚੱਲਦੇ ਸੰਘਰਸ਼ 'ਚ ਅਸੀਂ ਆਪਦੇ ਸਿਧਾਂਤਾਂ ਨੂੰ ਭੁੱਲ ਕੇ ਤੇ ਇਹ ਸਾਰੀਆਂ ਪਰਿਭਾਸ਼ਾ ਜਿਹੜੀਆਂ ਦਿੱਤੀਆਂ ਹੋਈਆਂ ਇਤਿਹਾਸ ਨੇ ਸਾਨੂੰ, ਉਹਨਾਂ ਨੂੰ ਹੀ ਡਾਇਲਿਊਟ ਕਰਨ ਲੱਗ ਗਏ। ਫਿਰ ਤਾਂ ਅਸੀਂ ਆਪਦੇ ਇਤਿਹਾਸ 'ਚ ਖੋਰਾ ਲਾਉਣ ਲੱਗ ਜਾਵਾਂਗੇ। ਸੋ ਮੇਰੀ ਜਿਹੜੀ ਬੇਨਤੀ ਆ ਅੱਜ ਉਹ ਇਸ ਕਰਕੇ ਮੈਂ ਕਰ ਰਿਹਾ, ਗੱਲਾਂ ਨੂੰ ਜੇ ਆਪਾਂ ਸਮਝਣਾ ਨਹੀਂ ਤੇ ਉਹੀ ਆਪਾਂ ਇਹ ਗੱਲ ਕਹੀ ਜਾਣੀ ਆ ਵੀ ਦੇਖੋ ਦੀਪ ਸਿੱਧੂ ਕੀ ਗੱਲ ਕਰ ਗਿਆ ਤੇ ਦੀਪ ਸਿੱਧੂ ਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਸੀ। ਜੇ ਤੁਸੀਂ ਸਮਝਣਾ ਚਾਹੁੰਦੇ ਹੀ ਨਹੀਂ ਉਹਦਾ ਵੱਖਰੀ ਗੱਲ ਆ, ਤੇ ਜਿਹੜੇ ਇਹ ਗੱਲ ਚਾਹੁੰਦੇ ਆ ਜਾਂ ਇਹ ਗੱਲ ਕਰ ਰਹੇ ਆ ਵੀ ਬਾਈ ਤੂੰ ਪੰਜਾਬ ਲਈ ਲੜ ਯਾਰ, ਸੱਚ ਦਾ ਹੀ
ਲੜਾਈ ਲੜ। ਫਿਰ ਸੱਚ ਦੀ ਲੜਾਈ ਤਾਂ ਲਕੀਰ ਖਿੱਚ ਕੇ ਲੜਨੀ ਪੈਂਦੀ ਹੁੰਦੀ ਆ। ਇਹ ਵੀ ਕਹਿ ਰਹੇ ਹੋ ਵੀ ਕਾਜ਼ੀ ਵੀ ਬਣ ਜਾ ਤੇ ਬਾਂਗ ਵੀ ਨਾ ਦੇ, ਇਹ ਤਾਂ ਨਹੀਂ ਗੱਲ ਹੋ ਸਕਦੀ ਨਾ। ਜਾਂ ਤਾਂ ਫਿਰ ਕਾਜ਼ੀ ਬਣ ਕੇ ਬਾਂਗ ਦੇਣੀ ਪਊਗੀ, ਫਿਰ ਤਾਂ ਸੱਚ ਬੋਲਣਾ ਪਊ। ਤੇ ਜੇ ਸੱਚ ਬੋਲਦੇ ਆ ਉਹ ਚੁੱਭਦਾ ਇੰਨਾ ਤੁਹਾਨੂੰ ਬਹੁਤ ਲੋਕਾਂ ਨੂੰ ਵੀ ਉਹ ਹੋਰ ਹੀ ਪਾਸੇ ਗੱਲ ਨੂੰ ਲੈ ਕੇ ਤੇ ਉਹਦੇ ਤੇ ਕੋਈ ਵਿਰੋਧ ਸ਼ੁਰੂ ਕਰ ਦਿੰਦੇ ਆ। ਦੇਖੋ ਮੇਰਾ ਤਾਂ ਬਹੁਤ ਵਿਰੋਧ ਹੋ ਗਿਆ, ਇਹਨਾਂ ਵਿਰੋਧਾਂ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਹਰ ਵਿਰੋਧ ਮੈਨੂੰ ਹੋਰ ਤਾਕਤ ਦਿੰਦਾ ਤੇ ਉਸ ਤਾਕਤ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੂੰ ਨਤਮਸਤਕ ਹੋ ਕੇ ਮੈਂ ਫੇਰ ਆਪਦੇ ਰਾਹ ਤੇ ਤੁਰ ਪੈਣਾ। ਪਰ ਮੈਂ ਇਸ ਗੱਲ ਨੂੰ ਇਸ ਲਈ ਇਸ ਖਾਤਰ ਸੰਗਤ ਸਾਹਮਣੇ ਦੁਬਾਰਾ ਲੈ ਕੇ ਆਇਆ, ਸ਼ਹਾਦਤ ਦੇ ਅਰਥ, ਸ਼ਹੀਦੀ ਦੀ ਪਰਿਭਾਸ਼ਾ ਸਾਡੇ ਰਹਿਬਰਾਂ ਨੇ ਤੇ ਸਾਡੇ ਸਿੰਘ ਸ਼ਹੀਦਾਂ ਨੇ ਸਾਨੂੰ ਦਿੱਤੀ ਆ। ਉਹਨੂੰ ਅਸੀਂ ਖੋਰਾ ਨਾ ਲਾਈਏ, ਉਹਨੂੰ ਡਾਇਲਿਊਟ ਨਾ ਕਰੀਏ, ਉਹਦੇ ਅਰਥਾਂ ਨੂੰ ਸਮਝੀਏ। ਠੀਕ ਆ, ਜਿਹੜੀਆਂ ਜਾਨਾਂ ਗਈਆਂ ਉਹਨਾਂ ਨੂੰ ਵੀ ਅਸੀਂ ਸਜਦਾ ਕਰਦੇ ਆ, ਉਹ ਆਪਦੀਆਂ ਜਾਨਾਂ ਕੁਰਬਾਨ ਕਰ ਗਏ। ਫਿਰ ਤਾਂ ਹਰ ਸ਼ਹਾਦਤ ਤੇ ਜਿਹੜੀ ਜਾਨ ਜਾਂਦੀ ਆ ਉਹ ਵੀ ਸ਼ਹੀਦੀ, ਆਪਾਂ ਉਹਨੂੰ ਵੀ ਸ਼ਹੀਦੀ ਮੰਨੀ ਜਾਂਦੇ ਆ। ਇੱਕ ਨੇਸ਼ਨ ਸਟੇਟ ਤਾਂ ਉਹਨੂੰ ਸ਼ਹੀਦੀ ਮੰਨਦੀ ਆ, ਅਸੀਂ ਵੀ ਮੰਨੀ ਜਾਂਦੇ ਆ। ਫਿਰ ਤਾਂ ਪਤਾ ਨਹੀਂ ਇੱਥੋਂ ਬੱਸ ਭਰ ਕੇ ਆਪਾਂ ਤੁਰ ਜਾਂਦੇ ਆ ਕਿਸੇ ਪਾਸੇ ਨੂੰ, ਰੱਬ ਨਾ ਕਰੇ ਰਾਹ 'ਚ ਕਿਸੇ ਦਾ ਐਕਸੀਡੈਂਟ ਹੋ ਗਿਆ, ਉਹਨਾਂ ਨੂੰ ਵੀ ਸ਼ਹੀਦ ਮੰਨੀ ਜਾਂਦੇ ਆ। ਫਿਰ ਯਾਰ ਗੱਲ ਖੜੂ ਕਿੱਥੇ ਜਾ ਕੇ? ਸੋ ਇਸ ਕਰਕੇ ਜਿਹੜੇ ਇਤਿਹਾਸ ਨੇ ਸਾਨੂੰ ਸੇਧ ਦੇਣੀ ਆ, ਜਿਸ ਇਤਿਹਾਸ ਤੋਂ ਅਸੀਂ ਆਪਦੀ ਕੋਈ ਪ੍ਰੇਰਨਾ ਲੈਣੀ ਆ, ਉਹ ਸਿਧਾਂਤਾਂ ਤੋਂ ਅਸੀਂ ਪ੍ਰੇਰਨਾ ਲੈਣੀ ਆ, ਉਹਨਾਂ ਸਿਧਾਂਤਾਂ ਨੂੰ ਅੱਗੇ ਰੱਖ ਕੇ ਲੜਾਈਆਂ ਲੜਨੀਆਂ। ਜੇ ਅਸੀਂ ਉਹਨਾਂ ਨੂੰ ਹੀ ਖੋਰਾ ਲਾਉਣ ਲੱਗ ਗਏ ਫਿਰ ਤਾਂ ਬਾਈ ਜੀ ਗੱਲ ਹੀ ਨਹੀਂ ਖੜਨੀ ਕਿਤੇ। ਸੋ ਕਾਜ਼ੀ ਵੀ ਬਣ ਕੇ ਰਹੀਏ ਤੇ ਬਾਂਗ ਵੀ ਨਾ ਦਈਏ, ਇਹ ਨਹੀਂ ਹੋਇਆ ਜਾ ਸਕਦਾ। ਸੱਚ ਦੀ ਗੱਲ ਕਰਨੀ ਪਊ। ਸੱਚ ਦੀ ਗੱਲ ਖਾਤਰ ਇੱਥੇ ਇਸ ਰਾਹ ਤੇ ਖੜੇ ਆ ਤੇ ਇੱਥੇ ਤੁਰ ਰਹੇ ਆ। ਤੇ ਜੇ ਇਹ ਤੋਂ ਮੁਣਕਰ ਹੁਣ ਨੂੰ ਕਹਿ ਦੋਗੇ ਮੈਨੂੰ ਵੀ ਬਾਈ ਨੂੰ ਤੂੰ ਸੱਚ ਨਾ ਬੋਲ ਯਾਰ, ਕੋਈ ਨਹੀਂ ਜਿਵੇਂ ਚੱਲਦਾ ਚੱਲੀ ਜਾਣ ਦੇ, ਇਹ ਤਾਂ ਨਹੀਂ ਮੇਰੇ ਤੋਂ ਹੋਣਾ। ਇੰਨੀਆਂ ਕੁ ਗੱਲਾਂ ਅੱਜ ਤੁਹਾਡੇ ਨਾਲ ਰੂਬਰੂ ਹੋ ਕੇ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ ਹਮੇਸ਼ਾ। ਪੰਜਾਬ ਖਾਤਰ, ਸਾਡੀ ਮਿੱਟੀ ਖਾਤਰ ਤੇ ਸਾਡੇ ਲੋਕਾਂ ਖਾਤਰ ਅਸੀਂ ਖੜੇ ਆ ਤੇ ਆਈ ਲੜਾਈ ਲੜਦੇ ਰਹਾਂਗੇ। ਠੀਕ ਆ, ਵਿੱਚ ਕਈ ਵਾਰੀ ਮਾਨਸਿਕ ਤੌਰ ਤੇ ਇਹ ਗੱਲ ਵੀ ਆ ਜਾਂਦੀ ਆ, ਕਿਉਂਕਿ ਆਪਾਂ ਤਾਂ ਹਜੇ ਗੁਰੂ ਸਾਹਿਬ ਤੋਂ, ਉਹਨਾਂ ਤੋਂ ਆਸ਼ੀਰਵਾਦ ਉਹਨਾਂ ਤੋਂ ਹੀ ਲੈਂਦੇ ਆ, ਉਹਨਾਂ ਦੇ ਅੱਗੇ ਨਤਮਸਤਕ ਹੋ ਕੇ ਇਹ ਕਹਿੰਦੇ ਆ ਅਕਾਲ ਪੁਰਖ ਸੱਚੇ ਪਾਤਸ਼ਾਹ ਮਿਹਰ ਕਰਿਓ, ਸਾਨੂੰ ਹਿੰਮਤ ਬਖਸ਼ਿਓ ਵੀ ਜਿਹੜੇ ਰਾਹਾਂ ਤੇ ਅਸੀਂ ਤੁਰੇ ਆ, ਸਾਡੇ ਰਾਹ ਤਾਂ ਹੈ ਨਹੀਂ ਨਾ ਤੁਹਾਡੇ ਰਾਹ, ਇਹ ਤਾਂ ਉਹਨਾਂ ਰਹਿਬਰਾਂ ਦੇ ਦਿੱਤੇ ਹੋਏ ਸਿਧਾਂਤ, ਉਹੀ ਰਾਹ। ਇਸ ਰਾਹ ਤੇ ਜਾ ਕੇ ਨਾ ਸਾਨੂੰ ਪ੍ਰਧਾਨਗੀਆਂ ਮਿਲਣੀਆਂ, ਨਾ ਇੱਥੇ ਅਸੀਂ ਕੁਝ ਬਣ ਕੇ ਨਿਕਲਣਾ, ਨਾ ਇੱਥੇ ਸਾਡੀ ਪੋਲਿਟਿਕਸ ਖੜੀ ਹੋਣੀ ਆ। ਇੱਥੇ ਤਾਂ ਬਾਈ ਜੀ ਵਾਕਈ ਆ ਕੇ ਸਭ ਕੁਝ ਵਾਰਨ ਵਾਲੀ ਗੱਲ ਹੀ ਹੋ ਜਾਂਦੀ ਆ। ਸੋ ਇਸ ਰਾਹ ਤੇ ਜੇ ਤੁਰੇ ਆ ਤਾਂ ਅਕਾਲ ਪੁਰਖ ਵਾਹਿਗੁਰੂ ਸਾਨੂੰ ਹਿੰਮਤ ਬਖਸ਼ੀ ਵੀ ਇਸ ਰਾਹ ਤੇ ਤੁਰੇ ਰਹੀਏ। ਕਈ ਵਾਰੀ ਮਾਨਸਿਕ ਤੌਰ ਤੇ ਬੰਦਾ ਇਹ ਸੋਚਦਾ ਵੀ ਜਿੱਥੇ ਆ ਕੇ ਖੜ ਗਏ ਆ ਇਦੂੰਗਾ ਤੁਰਨਾ ਚਾਹੀਦਾ ਕਿ ਨਹੀਂ, ਪਰ ਫਿਰ ਕਿਤੋਂ ਨਾ ਕਿਤੋਂ ਹਿੰਮਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਜਾ ਕੇ ਉੱਥੇ ਨਤਮਸਤਕ ਹੋ ਕੇ ਹੀ ਮਿਲਦੀ ਆ। ਸੋ ਇੰਨੀਆਂ ਕੁ ਗੱਲਾਂ ਅੱਜ ਆਪਾਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਕਿਸਾਨੀ ਸੰਘਰਸ਼ ਦੇ ਨਾਲ ਵੀ ਉਵੇਂ ਹੀ ਜੁੜੇ ਹੋਏ ਆ। ਉਹਨਾਂ ਬੰਦਿਆਂ ਦੀ ਜਿਹੜੇ ਆਪਦੀਆਂ ਜਾਨਾਂ ਕੁਰਬਾਨ ਕਰ ਗਏ ਉਹਨਾਂ ਲਈ ਵੀ ਸਜਦਾ। ਤੇ ਸਾਡੀਆਂ ਸਾਰੀਆਂ ਸੰਗਤਾਂ ਨੂੰ ਇੱਕ ਬੇਨਤੀ ਆ ਵੀ ਐਵੇਂ ਹੀ ਗੱਲਾਂ 'ਚ ਆ ਕੇ ਗੱਲਾਂ ਨੂੰ ਜਾਂਚੇ ਪਰਖੇ ਬਿਨਾ ਜੇ ਆਪਾਂ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚਣੀਆਂ ਤਾਂ ਫੇਰ ਮੈਨੂੰ ਲੱਗਦਾ ਸਾਡਾ ਰਾਹ ਹਜੇ ਬਹੁਤ ਦੂਰ ਆ।